Welcome dear students in today's video lesson. ਅੱਜ ਦਾ ਵੀਡੀਓ ਲੈਸਨ ਹੈ ਕਲਾਸ 6 ਦੇ ਸਟੂਡੈਂਟਸ ਲਈ ਤੇ ਇਸ ਵੀਡੀਓ ਲੈਸਨ ਦੇ ਵਿੱਚ ਬੇਟਾ ਆਪਾਂ ਸੋਲਵ ਕਰਾਂਗੇ ਤੁਹਾਡੀ ਐਕਟੀਵਿਟੀ ਨੰਬਰ 7 ਐਂਡ 8 ਫਰੋਮ ਲੈਸਨ ਨੰਬਰ 12 ਰੋਜ਼ੀਜ਼ ਮੀਟਿੰਗ ਵਿਦ ਨੈਸੀ। ਅਸੀਂ ਆਲਰੇਡੀ ਲੈਸਨ ਨੂੰ ਰੀਡ ਕਰ ਚੁੱਕੇ ਹਾਂ ਬੜੇ ਚੰਗੇ ਤਰੀਕੇ ਨਾਲ, ਤੁਹਾਨੂੰ ਸਟੋਰੀ ਪਤਾ ਹੈ ਇਹਦੀ। ਹੁਣ ਜਿਹੜੀਆਂ ਦੋ ਐਕਟੀਵਿਟੀਜ਼ ਅੱਜ ਅਸੀਂ ਸੋਲਵ ਕਰਨ ਜਾ ਰਹੇ ਹਾਂ ਉਹ ਪਾਸਟ ਟੈਂਸ ਨਾਲ ਰਿਲੇਟਡ ਨੇ। ਸੋ ਆਪਾਂ ਇਸ ਤੋਂ ਪਹਿਲਾਂ ਕਿ ਉਹ ਐਕਟੀਵਿਟੀ ਸੋਲਵ ਕਰੀਏ ਤੇ ਸਮਝਾਂਗੇ ਪਾਸਟ ਟੈਂਸ ਕੀ ਹੁੰਦਾ, ਕਿਹੜੇ ਹਾਲਾਤਾਂ ਦੇ ਵਿੱਚ ਯੂਜ਼ ਕੀਤਾ ਜਾਂਦਾ। ਸੋ ਕਰਦੇ ਹਾਂ ਵੀਡੀਓ ਸਟਾਰਟ। ਬੁੱਕ ਲਾ ਲਓ ਔਰ ਓਪਨ ਕਰ ਲਓ ਆਪਣੀ ਬੁੱਕ। ਓਕੇ, ਲਰਨਿੰਗ ਲੈਂਗੁਏਜ ਦੇ ਤਹਿਤ ਪੇਜ ਨੰਬਰ 117 ਤੇ ਬੇਟਾ ਇਹ ਜਿਹੜੀਆਂ ਐਕਟੀਵਿਟੀਜ਼ ਨੇ ਉੱਥੋਂ ਸਟਾਰਟ ਹੋ ਰਹੀਆਂ ਨੇ। ਪਾਸਟ ਟੈਂਸ ਲਿਖਿਆ ਹੋਇਆ ਉੱਤੇ, ਦੇਖੋ ਕੀ ਲਿਖਿਆ। ਲੁੱਕ ਐਟ ਦਾ ਫੋਲੋਇੰਗ ਪੈਸੇਜ ਫਰੋਮ ਦਾ ਸਟੋਰੀ। ਇਹ ਇੱਕ ਪੈਰਾ ਤੁਹਾਡੀ ਇਸੇ ਕਹਾਣੀ ਦੇ ਵਿੱਚੋਂ ਲਿਆ ਗਿਆ ਗਾ। ਉਹਨਾਂ ਨੇ ਕਿਹਾ ਇਸ ਨੂੰ ਧਿਆਨ ਨਾਲ ਰੀਡ ਕਰੋ ਔਰ ਸਮਝੋ। ਚਲੋ ਕਰਦੇ ਹਾਂ ਰੀਡ ਫਿਰ। ਨੈਸੀ ਸਟਾਰਟਡ ਦਾ ਜਰਨੀ ਥਰੂ ਦਾ ਲੇਕ। Soon they were swimming all around the lake. Rosie caught hold of Nessie tightly. Nessie went in and out of the water. Whoosh, said Nessie as it went into the water, and weave as it come out. Rosie was also enjoying it. She said, this is fun. ਇਹ ਸੀਗਾ ਸਟੋਰੀ ਚੋਂ ਲਿਆ ਗਿਆ ਪੈਸੇਜ। ਹੁਣ ਇਹ ਪੈਸੇਜ ਤੁਸੀਂ ਰੀਡ ਕਰ ਲਿਆ, ਅੱਗੇ ਕੀ ਕਹਿੰਦੇ ਨੇ। ਵਟ ਡੂ ਯੂ ਸੀ, ਤੁਸੀਂ ਕੀ ਵੇਖਿਆ ਜਾਂ ਕੀ ਸਮਝਿਆ ਇਸ ਪੈਸੇਜ ਨੂੰ ਪੜ੍ਹ ਕੇ। ਇੱਥੇ ਟਰਾਂਸਲੇਸ਼ਨ ਦੀ ਗੱਲ ਨਹੀਂ ਹੋ ਰਹੀ ਬੇਟਾ, ਉਹ ਆਪਾਂ ਜਦੋਂ ਸਟੋਰੀ ਰੀਡ ਕੀਤੀ ਉੱਥੇ ਟਰਾਂਸਲੇਟ ਕੀਤਾ ਚੰਗੀ ਤਰੀਕੇ ਨਾਲ ਇਕੱਲੇ ਇਕੱਲੇ ਵਰਡ ਦੇ ਤੁਹਾਨੂੰ ਮੀਨਿੰਗ ਦੱਸਿਆ ਗਿਆ, ਪਰ ਹੁਣ ਇੱਥੇ ਮੀਨਿੰਗਸ ਦੀ ਗੱਲ ਨਹੀਂ ਹੋ ਰਹੀ। ਹੈਵ ਦਾ ਐਕਸ਼ਨ ਵਰਡਸ ਮੀਨਸ ਕਿ ਵਰਬਸ ਨੇ ਜਿਹੜੇ ਸੱਚ ਹੈ ਸਟਾਰਟਡ, ਕਾਊਟ, ਬੈਂਟ, ਬੀਨ ਯੂਜ਼ਡ ਇਨ ਦੇਅਰ ਫਸਟ ਫਾਰਮ। ਉਹ ਪੁੱਛਦੇ ਨੇ, ਕਹਿੰਦੇ ਜਿਹੜੇ ਇੱਥੇ ਵਰਬ ਦੀਆਂ ਫਾਰਮਸ ਯੂਜ਼ ਕੀਤੀਆਂ ਗਈਆਂ ਨੇ, ਜਿਹੜੇ ਐਕਸ਼ਨ ਵਰਡ ਵੀ ਕਹਿ ਦਿੰਦੇ ਅਸੀਂ ਵਰਬ ਨੂੰ, ਕਿ ਉਹਨਾਂ ਦੀ ਪਹਿਲੀ ਫਾਰਮ ਯੂਜ਼ ਕੀਤੀ ਗਈ ਹੈ, ਜਿਵੇਂ ਸਟਾਰਟਡ ਆ ਗਿਆ, ਕਾਊਟ ਆ ਗਿਆ, ਬੈਂਟ ਆ ਗਿਆ, ਕੀ ਇਹ ਫਸਟ ਫਾਰਮ ਆ? ਤਾਂ ਆਨਸਰ ਕੀ ਆ? ਨੋ। ਨੈਕਸਟ ਕੀ ਕਹਿ ਰਿਹਾ? ਇਜ਼ ਦਾ ਐਕਸ਼ਨ ਹੈਪਨਿੰਗ ਕਰੰਟਲੀ, ਕੀ ਜਿਹੜਾ ਐਕਸ਼ਨ ਹੈ ਹੁਣ ਵਾਪਰ ਰਿਹਾ ਹੈਗਾ? ਤਾਂ ਆਨਸਰ ਇਹਦਾ ਵੀ ਨੋ। ਇਟ ਇਜ਼ ਹੈਪਨਡ ਇਨ ਦਾ ਪਾਸਟ, ਇਹ ਜਿਹੜਾ ਐਕਸ਼ਨ ਆ ਪਿਛਲੇ ਸਮੇਂ ਦੇ ਵਿੱਚ ਹੋ ਚੁੱਕਿਆ ਹੈਗਾ। ਵੈਨ ਵੀ ਟਾਕ ਆਫ ਦਾ ਪਾਸਟ ਵੀ ਯੂਜ਼ ਪਾਸਟ ਟੈਂਸ। ਸੋ ਇਸ ਸਟੋਰੀ ਨੂੰ ਸਮਝਾਉਣ ਦਾ ਜਾਂ ਪੜ੍ਹਨ ਦਾ ਇੱਥੇ ਦੁਬਾਰੇ ਮਤਲਬ ਇਹ ਹੈ ਕਿ ਜਦੋਂ ਅਸੀਂ ਪਾਸਟ ਵਿੱਚ ਲੰਘ ਚੁੱਕੇ ਸਮੇਂ ਜਿਹੜੀਆਂ ਘਟਨਾਵਾਂ ਹੋਈਆਂ ਉਹਨਾਂ ਦੀ ਗੱਲ ਕਰਦੇ ਹਾਂ ਤਾਂ ਅਸੀਂ ਉੱਥੇ ਪਾਸਟ ਟੈਂਸ ਦੀ ਵਰਤੋਂ ਕਰਦੇ ਹਾਂ। ਠੀਕ, ਸੋ ਇਹ ਜਿਹੜੀ ਵੀ ਇਹ ਪੈਸੇਜ ਲਿਆ ਗਿਆ ਸਟੋਰੀ ਦੇ ਵਿੱਚ ਉਹ ਸਾਰਾ ਪਾਸਟ ਟੈਂਸ ਦੇ ਵਿੱਚ ਸੀ, ਸਾਰੀਆਂ ਵਰਬ ਦੀ ਸੈਕਿੰਡ ਫਾਰਮ ਯੂਜ਼ ਹੋਈਆਂ ਸੀ, ਹੈ ਨਾ। ਚਲੋ ਜੀ ਅੱਗੇ ਚੱਲਦੇ ਹਾਂ। ਹੁਣ ਅਸੀਂ ਗੱਲ ਕਰਦੇ ਹਾਂ, ਅਸੀਂ ਪਹਿਲਾਂ ਆਲਰੇਡੀ ਪ੍ਰੈਜ਼ੈਂਟ ਟੈਂਸ ਹਾਲਾਂਕਿ ਪੜ੍ਹ ਚੁੱਕੇ ਹਾਂ ਪਿਛਲੇ ਲੈਸਨ 'ਚ ਕਿ ਟੈਂਸ ਕੀ ਹੁੰਦਾ ਅਤੇ ਕਿੰਨੀ ਤਰ੍ਹਾਂ ਦਾ ਹੁੰਦਾ। ਤੁਹਾਨੂੰ ਪਤਾ ਟੈਂਸ ਕੀ ਹੈ? ਟੈਂਸ ਇਜ਼ ਅ ਵਰਬਸ ਕੁਆਲਿਟੀ ਦੈਟ ਸ਼ੋਜ਼ ਟਾਈਮ ਇਨ ਵਿਚ ਐਨ ਐਕਸ਼ਨ, ਸਟੇਟ ਔਰ ਕੰਡੀਸ਼ਨ ਔਕਰ ਔਰ ਹੈਜ਼ ਔਕਰਡ। ਟੈਂਸ ਆ ਜਿਹੜਾ ਵਰਬ ਦੀ ਉਹ ਕੁਆਲਿਟੀ ਆ, ਉਹ ਗੁਣ ਆ ਜਿਹੜਾ ਸਾਨੂੰ ਦੱਸਦਾ ਕਿਹੜੇ ਸਮੇਂ ਦੇ ਵਿੱਚ ਐਕਸ਼ਨ ਹੋ ਰਿਹਾ, ਕਿਹੜੇ ਸਮੇਂ ਦੇ ਵਿੱਚ ਕੋਈ ਜਿਹੜਾ ਕੰਮ ਕੀਤਾ ਜਾ ਰਿਹਾ। ਠੀਕ, ਸੋ ਟੈਂਸ ਕਿੰਨੀ ਤਰ੍ਹਾਂ ਦੇ ਹੁੰਦੇ ਨੇ? 3 ਤਰ੍ਹਾਂ ਦੇ ਹੁੰਦੇ ਨੇ। ਪ੍ਰੈਜ਼ੈਂਟ ਟੈਂਸ, ਪਾਸਟ ਟੈਂਸ, ਫਿਊਚਰ ਟੈਂਸ। ਪ੍ਰੈਜ਼ੈਂਟ ਦਾ ਮਤਲਬ ਵਰਤਮਾਨ, ਜੋ ਹੁਣ ਕੰਮ ਚੱਲ ਰਿਹਾ, ਉੱਥੇ ਆਪਾਂ ਪ੍ਰੈਜ਼ੈਂਟ ਟੈਂਸ ਦੀ ਵਰਤੋਂ ਕਰਦੇ ਹਾਂ। ਜਿਹੜਾ ਪਿਛਲੇ ਕੱਲ੍ਹ ਨਿਕਲ ਗਿਆ ਉਹਦਾ ਪਾਸਟ ਟੈਂਸ, ਜਿਹਨੂੰ ਭੂਤਕਾਲ ਕਹਿ ਦਿੰਦੇ ਹਾਂ ਪੰਜਾਬੀ 'ਚ। ਫਿਊਚਰ ਜਿਹੜਾ ਆਉਣ ਵਾਲਾ ਕੱਲ੍ਹ ਆ, ਠੀਕ, ਉਹਨੂੰ ਅਸੀਂ ਕਹਿੰਦੇ ਹਾਂ ਭੂਤਕਾਲ। ਸੋ 3 ਤਰ੍ਹਾਂ ਦੇ ਟੈਂਸ ਹੁੰਦੇ ਨੇ ਅਤੇ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਸਿਰਫ ਔਰ ਸਿਰਫ ਪਾਸਟ ਟੈਂਸ ਬਾਰੇ ਗੱਲ ਕਰ ਰਹੇ ਹਾਂ। ਸੋ ਫਿਰ ਅੱਗੇ ਤੁਹਾਡੀ ਬੁੱਕ 'ਤੇ ਦੇਖੋ 118 ਪੇਜ 'ਤੇ ਲਿਖਿਆ ਵੀ ਹੈਵ ਆਲਰੇਡੀ ਡਨ ਦਾ ਪ੍ਰੈਜ਼ੈਂਟ ਟੈਂਸ। ਅਸੀਂ ਪਹਿਲਾਂ ਹੀ ਜਿਹੜਾ ਪ੍ਰੈਜ਼ੈਂਟ ਟੈਂਸ ਆ ਉਹ ਕਰ ਚੁੱਕੇ ਹਾਂ। ਲੈਟ ਅਸ ਲੁੱਕ ਐਟ ਦਾ ਪਾਸਟ ਟੈਂਸ ਨਾਓ। ਆਓ ਹੁਣ ਆਪਾਂ ਪਾਸਟ ਟੈਂਸ ਬਾਰੇ ਦੇਖੀਏ। ਦਾ ਪਾਸਟ ਟੈਂਸ ਇਨ ਇੰਗਲਿਸ਼ ਇਜ਼ ਯੂਜ਼ਡ। ਪਾਸਟ ਟੈਂਸ ਕਿੱਥੇ ਯੂਜ਼ ਕੀਤਾ ਜਾਂਦਾ? ਟੂ ਟਾਕ ਅਬਾਊਟ ਦਾ ਪਾਸਟ, ਬੀਤੇ ਸਮੇਂ ਬਾਰੇ ਗੱਲ ਕਰਨ ਲਈ। ਫॉर ਪੋਲਾਈਟਨੈਸ ਔਰ ਪੋਲਾਈਟਨੈਸ ਲਈ। ਦੇਅਰ ਆਰ 4 ਪਾਸਟ ਟੈਂਸ ਫॉर्म ਇਨ ਇੰਗਲਿਸ਼। ਇੰਗਲਿਸ਼ ਦੇ ਵਿੱਚ ਜਿਹੜਾ ਪਾਸਟ ਟੈਂਸ ਆ ਉਹ 4 ਤਰ੍ਹਾਂ ਦਾ, ਬਟ ਵੀ ਵਿਲ ਲੁੱਕ ਐਟ ਓਨਲੀ 2। ਪਰ ਅਸੀਂ ਇੱਥੇ ਸਿਰਫ 2 ਦੀ ਹੀ ਗੱਲ ਕਰਾਂਗੇ, ਪਾਸਟ ਸਿੰਪਲ ਐਂਡ ਪਾਸਟ ਕੰਟੀਨਿਊਸ। ਠੀਕ ਹੈ, ਸੋ ਅਸੀਂ ਇੱਥੇ 2 ਦੀ ਉਹਨਾਂ ਨੇ ਕਿਹਾ ਗੱਲ ਕਰਾਂਗੇ। ਅਸੀਂ ਉਹਨਾਂ 2 ਨੂੰ ਸਮਝਣ ਤੋਂ ਪਹਿਲਾਂ ਪਰ ਅਸੀਂ 4 'ਤੇ ਨਿਗਾਹ ਜ਼ਰੂਰ ਮਾਰਾਂਗੇ ਇੱਕ ਵਾਰੀ। ਇਨ ਸ਼ੋਰਟ ਦੇਖੋ, ਪਾਸਟ ਦੀਆਂ 4 ਕਿਸਮਾਂ ਨੇ, ਚਾਰੋਂ ਤੁਹਾਡੇ ਸਾਹਮਣੇ ਲਿਖੀਆਂ ਹੋਈਆਂ।
पहली किहड़ी हो गई सिंपल पास्ट जिहदे विच वर्ब दी सैकेंड फॉर्म लगदी है बेटा। ठीक, सैकेंड आ पास्ट कंटीन्यूअस टेंस जिहदे विच वाज वर दे नाल वर्ब दी पहली फॉर्म दे नाल इंग लगदा है। तीजा है परफेक्ट टेंस, पास्ट परफेक्ट टेंस। सो थर्ड ਉਹਦੇ 'ਚ ਕੀ ਲੱਗਦਾ ਹੈਡ ਲੱਗੂਗਾ, ਵਰਬ ਦੀ ਥਰਡ ਫਾਰਮ ਲੱਗੂਗੀ। ਫਿਰ ਆ ਗਿਆ ਫੋਰਥ ਹੈ ਨਾ ਪਾਸਟ ਪਰਫੈਕਟ ਕੰਟੀਨਿਊਸ ਟੈਂਸ। ਉਹਦੇ ਵਿੱਚ ਦੇਖੋ ਪਰਫੈਕਟ ਵਾਲੇ ਗੁਣ ਵੀ ਹੋਣਗੇ, ਕੰਟੀਨਿਊਸ ਵਾਲੇ ਵੀ ਹੋਣਗੇ। ਹੁਣ ਆਪਾਂ ਨੂੰ ਪਤਾ ਪਰਫੈਕਟ 'ਚ ਹੈਡ ਲੱਗਿਆ ਸੀ, ਸੋ ਹੈਡ ਲੱਗ ਗਿਆ ਹੈ ਨਾ। ਸੇ ਇਹਦੇ 'ਚ ਵਰਬ ਦੀ ਪਹਿਲੀ ਫਾਰਮ ਨਾਲ ਇੰਗ ਲੱਗੀ ਸੀ, ਵਰਬ ਦੀ ਪਹਿਲੀ ਫਾਰਮ ਨਾਲ ਇੰਗ ਲੱਗ ਗਈ, ਅਤੇ ਫਿਰ ਦੋਨਾਂ ਤੋਂ ਕੁਝ ਡਿਫਰੈਂਟ ਹੋਊਗਾ, ਉਹ ਹੈਗਾ ਵੀਨ, ਅਤੇ ਵੀਨ ਲੱਗੂਗਾ। ਸੋ ਹੁਣ ਤੁਸੀਂ ਇਹ ਚਾਰੋਂ ਟੈਂਸ ਦੇਖ ਲਓ, ਪਾਸ ਦੇ ਨਾਮ ਯਾਦ ਕਰ ਲਓ ਇਹਨਾਂ ਦੇ। ਇੱਥੇ ਤੁਹਾਡਾ ਕੰਮ ਇੰਨਾ ਹੀ ਹੈ, ਸਿੰਪਲ ਪਾਸਟ ਟੈਂਸ, ਪਾਸਟ ਕੰਟੀਨਿਊਸ ਟੈਂਸ, ਸਿੰਪਲ ਨੂੰ ਇਨਡੈਫੀਨਿਟ ਵੀ ਕਹਿੰਦੇ ਆ, ਪਾਸਟ ਪਰਫੈਕਟ ਟੈਂਸ, ਪਾਸਟ ਪਰਫੈਕਟ ਕੰਟੀਨਿਊਸ ਟੈਂਸ। ਠੀਕ ਹੈ, ਓਕੇ। ਚਲੋ ਹੁਣ ਅੱਗੇ ਅਸੀਂ ਪਾਸਟ ਟੈਂਸ ਜਿਵੇਂ ਪਹਿਲਾਂ ਹੀ ਗੱਲ ਕੀਤੀ, ਅਸੀਂ ਸਿਰਫ ਦੋ ਦੀ ਗੱਲ ਕਰਨੀ ਆ, ਪਰ ਉਹਨਾਂ ਦੋ ਨੂੰ ਅਸੀਂ ਸਮਝਣਾ ਕਿਹੜੇ ਹਾਲਾਤਾਂ ਦੇ ਵਿੱਚ ਕਿੱਥੇ ਉਹਨਾਂ ਦੀ ਵਰਤੋਂ ਕੀਤੀ ਜਾਂਦੀ ਹੈ। ਹੁਣ ਆਪਾਂ ਜਿਹੜਾ ਸਿੰਪਲ ਪਾਸਟ ਦੀ ਗੱਲ ਕਰ ਰਹੇ ਹਾਂ ਤਾਂ ਸਿੰਪਲ ਪਾਸਟ ਟੈਂਸ ਔਰ ਪਾਸਟ ਇਨਡੈਫੀਨਿਟ ਇਜ਼ ਯੂਜ਼ਡ ਕਿੱਥੇ ਕਿੱਥੇ ਵਰਤਿਆ ਜਾਂਦਾ। ਟੂ ਐਕਸਪ੍ਰੈਸ ਦੈਟ ਸਮਥਿੰਗ ਵਾਜ਼ ਡਨ ਔਰ ਟੁੱਕ ਪਲੇਸ ਇਨ ਦਾ ਪਾਸਟ। ਕਿੱਥੇ ਵਰਤਿਆ ਜਾਂਦਾ, ਉਸ ਨੂੰ ਐਕਸਪ੍ਰੈਸ ਕਰਨ ਲਈ ਜਿਹੜਾ ਕੰਮ ਪਹਿਲਾਂ ਹੀ ਹੋ ਚੁੱਕਿਆ, ਪਾਸਟ ਪਿਛਲੇ ਸਮੇਂ ਦੇ ਵਿੱਚ। ਯੂਜਲੀ ਐਡਵਰਬਸ, ਐਡਵਰਬ ਫਰੇਜ਼ ਲਾਈਕ ਜੈਸਟਰਡੇ, ਅਗੋ, ਲਾਸਟ ਵੀਕ, ਲਾਸਟ ਮੰਥ, ਲਾਸਟ ਈਅਰ, ਜਿੱਥੇ ਇਹ ਕੋਈ ਵੀ ਇਹਨਾਂ 'ਚੋਂ ਵਰਡ ਯੂਜ਼ ਕੀਤਾ ਗਿਆ ਉੱਥੇ ਆਪਾਂ ਨੂੰ ਸਮਝ ਲੱਗ ਜੂ ਕਿ ਉਹ ਪਾਸਟ ਟੈਂਸ ਆ। ਸੋ ਪਾਸਟ ਟੈਂਸ ਦੇ ਵਿੱਚ ਕੀ ਲੱਗਦਾ ਹੁੰਦਾ, ਵਰਬ ਦੀ ਸੈਕਿੰਡ ਫਾਰਮ ਯਾਦ ਰੱਖਣੀ ਆ। ਹੁਣ ਦੇਖੋ ਐਗਜ਼ਾਮਪਲ, ਆਈ ਸੌ ਹੈਮ ਯੈਸਟਰਡੇ, ਸੀ ਦੀ ਸੈਕਿੰਡ ਫਾਰਮ ਆ ਸੌ। ਠੀਕ ਹੈ, ਸੋ ਯੈਸਟਰਡੇ ਲੱਗਿਆ ਪਾਸਟ ਟੈਂਸ, ਇਸ ਲਈ ਅਸੀਂ ਲਾਈ ਵਰਬ ਦੀ ਸੈਕਿੰਡ ਫਾਰਮ। ਅਗਲੀ ਐਗਜ਼ਾਮਪਲ ਦੇਖੋ, ਹੀ ਪਾਸ ਦਾ ਐਗਜ਼ਾਮ ਲਾਸਟ ਈਅਰ, ਪਿਛਲੇ ਸਾਲ ਉਹਨੇ ਐਗਜ਼ਾਮ ਪਾਸ ਕਰ ਲਿਆ। ਸ਼ੀ ਵਾਜ਼ ਬੋਰਨ ਇਨ 1990, ਹੀ ਡਾਈਡ ਇਨ 1992। ਇਹ ਹੋ ਗਏ ਪਹਿਲੀ। ਹੁਣ ਅਗਲਾ ਕੀ ਪੁਆਇੰਟ ਆ, ਟੂ ਐਕਸਪ੍ਰੈਸ ਹੈਬਚੁਅਲ ਐਕਸ਼ਨ ਇਨ ਦਾ ਪਾਸਟ। ਫੋਰ ਐਗਜ਼ਾਮਪਲ, ਜਿਹੜੇ ਸਾਡੀ ਆਦਤਨ ਅਸੀਂ ਕੋਈ ਕੰਮ ਕਰਦੇ ਹਾਂ ਪਿਛਲੇ ਸਮੇਂ ਦੇ ਵਿੱਚ ਸੀਗੇ ਜਿਹੜੇ, ਉਹਨੂੰ ਐਕਸਪ੍ਰੈਸ ਕਰਨ ਲਈ ਵੀ ਪਾਸਟ ਟੈਂਸ ਯੂਜ਼ ਕੀਤਾ ਜਾਂਦਾ। ਐਜ਼ ਅ ਚਾਈਲਡ ਆਈ ਪਲੇ ਕ੍ਰਿਕਟ, ਜਦੋਂ ਮੈਂ ਬੱਚਾ ਸੀ ਉਦੋਂ ਮੈਂ ਕ੍ਰਿਕਟ ਖੇਡਿਆ ਕਰਦਾ ਸੀ, ਆ ਗਿਆ। ਸੋ ਪਲੇਡ ਤਾਂ ਹੀ ਲੱਗਿਆ ਗਿਆ ਇੱਥੇ, ਇਹ ਦੇਖੋ। ਠੀਕ, ਆਈ ਵਾਜ਼ ਦਾ ਕੈਪਟਨ ਆਫ ਮਾਈ ਟੀਮ, ਮੈਂ ਆਪਣੀ ਟੀਮ ਦਾ ਕੈਪਟਨ ਹੋਇਆ ਕਰਦਾ ਸੀ, ਬਾਜ਼ ਲੱਗਿਆ, ਬੀ ਦੀ ਸੈਕਿੰਡ ਫਾਰਮ ਆ ਬਾਜ਼। ਠੀਕ ਹੈ, ਥਰਡ ਕੀ ਕਹਿ ਰਿਹਾ, ਟੂ ਐਕਸਪ੍ਰੈਸ ਐਨ ਐਕਸ਼ਨ ਐਕਚੁਅਲੀ ਗੋਇੰਗ ਔਨ ਦਾ ਪਾਸਟ ਟਾਈਮ ਸਟੇਟਡ। ਫੋਰ ਐਗਜ਼ਾਮਪਲ, ਵਾਈਲ ਦੇ ਵਾਥਡ, ਪਿਛਲੇ ਸਮੇਂ ਦੇ ਦੌਰਾਨ ਕੋਈ ਐਕਸ਼ਨ ਜਿਹੜਾ ਹੋ ਰਿਹਾ ਸੀ ਐਕਚੁਅਲੀ। ਵਾਈਲ ਦੇ ਵਾਥਡ, ਜਦੋਂ ਨਹਾ ਰਹੇ ਸੀ। ਵੀ ਫਿਸ਼ਡ, ਅਸੀਂ ਕੀ ਕਰ ਰਹੇ ਸੀ, ਫਿਸ਼ਿੰਗ ਕਰ ਰਹੇ ਸੀ। ਸੋ ਇਹ ਹੋ ਗਿਆ। ਅਗਲਾ ਹੁਣ ਦੇਖੋ ਪਾਸਟ ਕੰਟੀਨਿਊਸ ਟੈਂਸ, ਇਟ ਇਜ਼ ਯੂਜ਼ਡ ਟੂ ਇੰਡੀਕੇਟ ਦੈਟ ਦਾ ਐਕਸ਼ਨ ਵਾਜ਼ ਸਟਿਲ ਗੋਇੰਗ ਔਨ ਇਨ ਦਾ ਪਾਸਟ ਟਾਈਮ ਰੈਫਰ ਟੂ। ਮੀਨਸ ਕੀ ਕਰਦੇ ਆ, ਪਾਸਟ ਕੰਟੀਨਿਊਸ ਟੈਂਸ ਕੀ ਆ, ਇਹ ਸਾਨੂੰ ਦੱਸਦਾ ਕਿ ਪਾਸਟ ਦੇ ਵਿੱਚ ਇਸ ਸਮੇਂ 'ਤੇ ਇਹ ਕੰਮ ਹਜੇ ਹੋ ਰਿਹਾ ਸੀ, ਸਟਿਲ ਗੋਇੰਗ ਔਨ, ਚੱਲ ਰਿਹਾ ਸੀ। ਮੀਨਸ ਕੱਲ੍ਹ ਇਸ ਸਮੇਂ ਮੈਂ ਟੀ ਵੀ ਦੇਖ ਰਿਹਾ ਸੀ, ਕੱਲ੍ਹ ਇਸ ਸਮੇਂ ਮੈਂ ਖਾਣਾ ਖਾ ਰਿਹਾ ਸੀ। ਠੀਕ ਆ, ਤਾਂ ਉੱਥੇ ਪਾਸਟ ਕੰਟੀਨਿਊਸ ਟੈਂਸ ਹੋਊਗਾ। ਜਿੱਦਾਂ ਹੁਣ ਐਗਜ਼ਾਮਪਲਸ ਦੇਖੋ, ਵੈਨ ਵੀ ਰੀਚਡ ਦੇਅਰ, ਜਦੋਂ ਅਸੀਂ ਉੱਥੇ ਪਹੁੰਚੇ। ਸ਼ੀ ਵਾਜ਼ ਸਿੰਗਿੰਗ, ਉਹ ਗਾ ਰਹੀ ਸੀ। ਵੈਨ ਯੂ ਅਰਾਈਵਡ, ਜਦੋਂ ਤੁਸੀਂ ਆਏ। ਦੇ ਵਾਰ ਹੈਵਿੰਗ ਲੰਚ, ਉਹ ਲੰਚ ਖਾ ਰਹੇ ਸੀ, ਆਪਣਾ ਲੰਚ ਲੈ ਰਹੇ ਸੀ। ਸ਼ੀ ਵਾਜ਼ ਕੁਕਿੰਗ, ਉਹ ਖਾਣਾ ਬਣਾ ਰਹੀ ਸੀ। ਵੈਨ ਦਾ ਟੈਲੀਫੋਨ ਰਿੰਗ, ਜਦੋਂ ਟੈਲੀਫੋਨ ਵੱਜਿਆ ਜਾਂ ਟੈਲੀਫੋਨ ਆਇਆ। ਠੀਕ, ਸੋ ਇਹ ਹੋ ਗਿਆ ਪਾਸਟ ਕੰਟੀਨਿਊਸ ਟੈਂਸ। ਸੋ ਇੱਥੇ ਆਪਾਂ ਬੜੀ ਡਿਟੇਲ 'ਚ ਨਹੀਂ ਜਾਵਾਂਗੇ, ਤੁਹਾਨੂੰ ਸਮਝ ਲੱਗ ਗਿਆ ਪਾਸਟ ਔਰ ਸਿੰਪਲ ਔਰ ਕੰਟੀਨਿਊਸ ਦੋ। ਹੁਣ ਆਪਾਂ ਇਹਦੇ ਨਾਲ ਰਿਲੇਟਡ ਐਕਟੀਵਿਟੀ ਕਰਦੇ ਹਾਂ ਬੇਟਾ, ਡਨ। ਤੁਹਾਡੀ ਐਕਟੀਵਿਟੀ ਨੰਬਰ 7 ਦੇਖੋ ਕੀ ਆ, ਕੰਪਲੀਟ ਦਾ ਫੋਲੋਇੰਗ ਪੈਸੇਜ ਯੂਜ਼ਿੰਗ ਦਾ ਕਰੈਕਟ ਫਾਰਮ ਆਫ ਦਾ ਵਰਬ ਗਿਵਨ ਇਨ ਦਾ ਬ੍ਰੈਕਟਸ। ਇੱਕ ਸਟੋਰੀ ਦਿੱਤੀ ਗਈ ਹੈ ਇੱਥੇ ਸਾਨੂੰ, ਠੀਕ, ਉਹਨੂੰ ਅਸੀਂ ਧਿਆਨ ਨਾਲ ਪੜ੍ਹਨਾ। ਬ੍ਰੈਕਟ ਦੇ ਵਿੱਚ ਵਰਬ ਦੀ ਫਸਟ ਫਾਰਮ ਲਿਖੀ ਹੋਈ ਆ, ਅਸੀਂ ਉਹਦੀ ਰਾਈਟ ਫਾਰਮ ਯੂਜ਼ ਕਰਨੀ ਹੈ। ਓਕੇ, ਵੰਸ ਐਨ ਐਲੀਫੈਂਟ ਲਿਵ
इन आ विलेज। लिव सानू दिता होया एक बार दी गल है, जदों आपां कहने आ तां पिछले समय दी गल चल रही है ना। सो सैकेंड फॉर्म लगनी है, मीनस कि पास्ट टेंस आ, सिंपल पास्ट। लिव दी सैकेंड फॉर्म होगी लिवड। सो की लिखांगे, वंस एन एलीफेंट लिवड इन आ विलेज। हो गया। नैक्सट, ही डैश बिकम फ्रेंड विद आ टेलर। वो की बन गया, एक टेलर दर्जी का दोस्त बन गया। पिछले समय च गल चल रही है। सो बिकेम दी सैकेंड फॉर्म आ गई बिकम। बिकम दी बिकेम, सॉरी ओ आ जिहड़ी ए दे विच चेंज हो गई आ, बिकम बिकेम। ठीक, हुण तुसीं इत्थे बिकेम भरोगे। द एलीफेंट यूज टू डैश गो टू द रिवर फॉर अ वाथ। ओके, ਜਿਹੜਾ ਹਾਥੀ ਸੀ ਉਹ ਅਕਸਰ ਹੀ ਨਦੀ 'ਤੇ ਨਹਾਉਣ ਜਾਇਆ ਕਰਦਾ ਸੀ। ਇਹ ਵੀ ਗੱਲ ਤਾਂ ਪਿਛਲੀ ਹੋਈ ਆ। ਫਿਰ ਹੁਣ ਤੁਸੀਂ ਕਹੋਗੇ ਗੋ ਦੀ ਜਗ੍ਹਾ 'ਤੇ ਇੱਥੇ ਗੋਈ ਲਾਇਆ ਪਿਆ, ਬੈਂਟ ਕਿਉਂ ਨਹੀਂ ਲਾਇਆ ਸੈਕਿੰਡ ਫਾਰਮ? ਕਿਉਂਕਿ ਜਦੋਂ ਵੀ ਟੂ ਆ ਜਾਂਦਾ, ਟੂ ਤੋਂ ਬਾਅਦ ਹਮੇਸ਼ਾ ਵਰਬ ਦੀ ਫਸਟ ਫਾਰਮ ਹੀ ਯੂਜ਼ ਕੀਤੀ ਜਾਂਦੀ ਹੈ। ਇਸ ਲਈ ਇੱਥੇ ਅਸੀਂ ਗੋ ਹੀ ਯੂਜ਼ ਕੀਤਾ, ਉਹਦੀ ਆਦਤ ਦੀ ਗੱਲ ਕੀਤੀ ਗਈ ਹੈ ਨਾ। ਸੋ ਇੱਥੇ ਤੁਸੀਂ ਗੋ ਹੀ ਭਰੋਗੇ। ਆਫਟਰ ਡਰਿੰਕਿੰਗ ਵਾਟਰ ਐਂਡ ਟੇਕਿੰਗ ਅ ਬਾਥ it dash pass by a tailor's shop and the tailor dash give it something to eat। after drinking water ਪਾਣੀ ਪੀਣ ਤੋਂ ਬਾਅਦ and taking bath ਅਤੇ ਨਹਾਉਣ ਤੋਂ ਬਾਅਦ it means ਉਹ ਐਲੀਫੈਂਟ ਦੀ ਗੱਲ ਹੋ ਰਹੀ ਹੈ। ਪਾਸ ਲੰਘਿਆ ਕਰਦਾ ਸੀ, ਫਿਰ ਪਾਸ ਦਾ ਕੀ ਬਣ ਗਿਆ, ਪਾਸਡ, ਈਡੀ ਲੱਗਿਆ। ਬਾਏ ਦਾ ਟੇਲਰ ਸ਼ੌਪ, ਦਰਜੀ ਦੀ ਦੁਕਾਨ ਦੇ ਕੋਲ ਦੀ ਲੰਘਿਆ ਕਰਦਾ ਸੀ। ਐਂਡ ਦਾ ਟੇਲਰ, ਅਤੇ ਜਿਹੜਾ ਦਰਜੀ ਸੀ ਉਹਨੂੰ ਕੁਝ ਨਾ ਕੁਝ ਖਾਣ ਨੂੰ, ਸਮਥਿੰਗ ਟੂ ਈਟ, ਖਾਣ ਨੂੰ ਦਿਆ ਕਰਦਾ ਸੀ। ਗਿਵ ਦੀ ਸੈਕਿੰਡ ਫਾਰਮ ਕੀ ਹੋ ਗਈ, ਗੇਵ। ਆਈ ਆ ਜਿਹੜੀ ਏ ਦੇ ਵਿੱਚ ਚੇਂਜ ਹੋ ਗਈ। ਵਨ ਡੇ ਦਾ ਟੇਲਰ, ਇੱਕ ਵਾਰ ਜਿਹੜਾ ਦਰਜੀ ਸੀ। ਬੀ ਇਨ ਐਨ ਐਂਗਰੀ ਮੂਡ, ਹੁਣ ਇੱਥੇ ਬੀ ਦੀ ਸੈਕਿੰਡ ਫਾਰਮ ਲਾਉਣੀ ਆ ਅਸੀਂ। ਇੱਕ ਵਾਰ ਜਿਹੜਾ ਦਰਜੀ ਸੀ ਉਹ ਬਹੁਤ ਹੀ ਗੁੱਸੇ ਵਾਲੇ ਮੂਡ ਵਿੱਚ ਸੀ। ਸੋ ਬੀ ਦੀ ਸੈਕਿੰਡ ਫਾਰਮ ਹੋ ਗਈ ਵਾਜ਼। ਓਕੇ, ਵਾਜ਼ ਇਨ ਐਨ ਐਂਗਰੀ ਮੂਡ। ਦ ਐਲੀਫੈਂਟ ਕਮ ਦੈਟ ਡੇ ਯੂਜਲ। ਹਾਂ, ਹੁਣ ਦੇਖੋ ਕਮ ਲੱਗਿਆ ਹੋਇਆ ਵੀ ਐਲੀਫੈਂਟ ਆਮ ਤੌਰ 'ਤੇ ਜਿਵੇਂ ਆਉਂਦਾ ਹੁੰਦਾ ਸੀ ਉੱਦਾਂ ਹੀ ਆਇਆ ਪਾਸਟ ਦੀ ਗੱਲ ਆ ਨਾ। ਸੋ ਕਮ ਕਾਹਦੇ 'ਚ ਬਦਲ ਗਿਆ, ਕੇਮ 'ਚ। ਉਹ ਕਾਹਦੇ 'ਚ ਤਬਦੀਲ ਹੋ ਗਈ, ਏ ਦੇ ਵਿੱਚ ਬੇਟਾ। ਦ ਟੇਲਰ ਡੈਸ਼ ਪ੍ਰਿਕ ਦਾ। ਹੁਣ ਪ੍ਰਿਕ ਮੀਨਸ ਹੁੰਦਾ ਚੁਭਾਉਣਾ, ਹੈ ਨਾ। ਪ੍ਰਿਕ ਦੀ ਵੀ ਸੈਕਿੰਡ ਫਾਰਮ ਆਊ ਪ੍ਰਿਕਡ, ਈਡੀ ਲਾਵਾਂਗੇ, ਠੀਕ ਹੈ। ਚਲੋ ਹੁਣ ਪ੍ਰਿਕਡ ਦਾ ਐਲੀਫੈਂਟ ਟਰੰਕ ਵਿਦ ਹਿਜ਼ ਨਿਡਲ। ਨਿਡਲ ਹੁੰਦੀ ਹੈ ਸੂਈ, ਉਹਨੇ ਆਪਣੀ ਸੂਈ ਟਰੰਕ ਐਲੀਫੈਂਟ ਦੀ ਸੁੰਡ ਨੂੰ ਕਿਹਾ ਗਿਆ, ਸੁੰਡ ਦੇ ਵਿੱਚ ਸੂਈ ਖੁਬੋ ਦਿੱਤੀ ਉਹਨੇ। ਦ ਐਲੀਫੈਂਟ ਡੈਸ਼ ਫੀਲ ਪੇਨ। ਹੁਣ ਫੀਲ ਦੀ ਸੈਕਿੰਡ ਫਾਰਮ ਹੋ ਗਈ ਫੈਲਟ, ਫੀਲ ਫੈਲਟ, ਐਲ ਟੀ, ਈ ਇੱਕ ਕੱਟੀ ਗਈ। ਐਲੀਫੈਂਟ ਨੂੰ ਬਹੁਤ ਦਰਦ ਹੋਇਆ। ਹੀ ਡੈਸ਼ ਮੇਕ ਅਪ ਹਿਸ ਮਾਈਂਡ ਟੂ ਟੀਚ ਆ ਟੇਲਰ ਅ ਲੈਸਨ। ਹੁਣ ਮੇਕ ਅਪ, ਹੈ ਨਾ। ਮੇਕ ਦੀ ਸੈਕਿੰਡ ਫਾਰਮ ਹੋ ਗਈ ਮੇਡ, ਮੇਡ ਅਪ। ਉਹਨੇ ਆਪਣਾ ਮਨ ਬਣਾ ਲਿਆ, ਇਹ ਪ੍ਰੋਵਰਬ ਆ, ਮਨ ਬਣਾ ਲਿਆ, ਇਰਾਦਾ ਬਣਾ ਲਿਆ। ਕਾਹਦਾ, ਸਬਕ ਸਿਖਾਉਣ ਦਾ। ਟੀਚ ਅ ਲੈਸਨ ਕਿਹਨੂੰ, ਟੇਲਰ ਨੂੰ, ਵੀ ਹੁਣ ਮੈਂ ਟੇਲਰ ਨਾਲ ਜਿਹੜਾ ਦਰਜੀ ਆ ਮੈਂ ਉਹਨੂੰ ਸਬਕ ਸਿਖਾਊਂਗਾ। ਅੱਗੇ ਹੀ ਡੈਸ਼ ਗੋ ਟੂ ਦ ਰਿਵਰ। ਹੁਣ ਉਹ ਰਿਵਰ 'ਤੇ ਗਿਆ, ਇਹ ਵੀ ਪਾਸ ਦੀ ਗੱਲ ਆ ਨਾ। ਸੋ ਗੋ ਦਾ ਹੋ ਗਿਆ ਬੈਂਟ ਸੈਕਿੰਡ ਫਾਰਮ। ਡੈਸ਼ ਹੈਵ ਹਿਜ਼ ਬਾਥ ਐਂਡ ਦੈਨ, ਹੈਵ ਦੀ ਸੈਕਿੰਡ ਫਾਰਮ ਹੋ ਗਈ ਹੈਡ, ਹੈਡ ਹਿਜ਼ ਬਾਥ। ਉਹਨੇ ਆਪਣਾ ਨਹਾਇਆ। ਐਂਡ ਦੈਨ ਫਿਲ ਅਪ ਇਟਸ ਟਰੰਕ ਵਿਦ ਮੱਡੀ ਵਾਟਰ, ਅਤੇ ਆਪਣੀ ਜਿਹੜੀ ਸੁੰਡ ਆ ਉਹ ਗੰਦੇ ਪਾਣੀ ਦੇ ਨਾਲ ਭਰ ਲਈ। ਭਰ ਲਈ ਮੀਨਸ ਫਿਲ ਮੀਨਸ ਭਰਨਾ, ਭਰ ਲਿਆ ਮੀਨਸ ਫਿਲਡ, ਈ ਡੀ ਲੱਗ ਗਈ ਇਹਦੇ 'ਚ ਵੀ, ਸੈਕਿੰਡ ਫਾਰਮ ਲੱਗ ਗਈ, ਅਤੇ ਗੰਦੇ ਪਾਣੀ ਨਾਲ ਭਰ ਲਈ। ਫਿਰ ਕੀ ਹੋਇਆ, ਹੀ ਸਟਾਪ ਐਟ ਦ ਟੇਲਰ ਸ਼ੋਪ ਐਂਡ ਡੈਸ਼ ਥਰੋ ਦ ਮਡੀ ਵਾਟਰ ਔਨ ਦ ਕਲੌਥਸ ਇਨ ਦ ਸ਼ੋਪ। ਸਟਾਪ ਦੀ ਹੁਣ ਸੈਕਿੰਡ ਫਾਰਮ ਕੀ ਹੋ ਜੂਗੀ, ਸਟੋਪਡ। ਉਹ ਰੁਕਿਆ ਕਿੱਥੇ, ਦਰਜੀ ਦੀ ਦੁਕਾਨ ਦੇ ਉੱਤੇ। ਥਰੋ ਮੀਨਸ ਸੁੱਟਣਾ, ਹੈ ਨਾ। ਫਿਰ ਉਹਦਾ ਥਰੋ ਦੀ ਸੈਕਿੰਡ ਫਾਰਮ ਹੋ ਗਈ ਥ੍ਰਿਊ, ਉਹ ਆ ਜਿਹੜੀ ਈ 'ਚ ਕਨਵਰਟ ਹੋ ਗਈ, ਠੀਕ ਹੈ। ਥ੍ਰਿਊ ਦ ਮਡੀ ਵਾਟਰ ਔਨ ਦ ਕਲੌਥ ਇਨ ਦ ਸ਼ੋਪ, ਅਤੇ ਸ਼ੋਪ ਦੇ ਉੱਤੇ ਜਿਹੜਾ ਗੰਦਾ ਪਾਣੀ ਸੀਗਾ ਉਹਨੇ ਕੱਪੜਿਆਂ 'ਤੇ, ਜਿਹੜੇ ਕੱਪੜੇ ਪਏ ਸੀ ਉਹਨਾਂ 'ਤੇ ਸੁੱਟ ਦਿੱਤਾ।
द क्लॉथ्स वर स्पॉइल्ड, स्पॉइल द नाल की लग गई ईडी लग गई, स्पॉइल्ड विद मड, ਜਿਹੜੇ ਉਹਦੇ ਕੱਪੜੇ ਸੀ ਸਾਰੇ ਉਹ ਕੀ ਹੋ ਗਏ, ਖਰਾਬ ਹੋ ਗਏ। ਹੀ ਡੈਸ਼ ਫੀਲ ਸੈਡ ਫॉर ਹਿਜ਼ ਮਿਸਡੀਡ, ਫੀਲ ਦਾ ਕੀ ਉਹ ਪਹਿਲਾਂ ਵੀ ਆ ਕੇ ਹਟਿਆ, ਫੈਲਟ ਬਣ ਗਿਆ। ਠੀਕ ਆ, ਉਹਨੇ ਫਿਰ ਹੀ ਕਿਹਦੇ ਲਈ ਵਰਤਿਆ, ਇੱਥੇ ਟੇਲਰ ਲਈ ਵਰਤਿਆ ਗਿਆ। ਟੇਲਰ ਨੇ ਫਿਰ ਆਪਣਾ ਜਿਹੜਾ ਉਹਨੇ ਮਿਸਬਿਹੇਵ ਕੀਤਾ ਸੀ, ਉਹਦੇ ਨਾਲ ਬੁਰਾ ਵਿਵਹਾਰ ਕੀਤਾ ਸੀ, ਉਹਦੇ ਲਈ ਹੁਣ ਉਹਨੂੰ ਅਫਸੋਸ ਹੋ ਰਿਹਾ ਸੀ। ਬਟ ਇਟ ਡੈਸ਼ ਬੀ ਟੂ ਲੇਟ, ਬੀ ਦੀ ਸੈਕੰਡ ਫਾਰਮ ਪਹਿਲਾਂ ਵੀ ਆਪਾਂ ਫਿਲ ਕਰਕੇ ਹਟੇ ਹਾਂ, ਕੀ ਸੀ, ਵਾਸ, WAS, ਵਾਸ ਟੂ ਲੇਟ, ਪਰ ਹੁਣ ਬਹੁਤ ਦੇਰ ਹੋ ਚੁੱਕੀ ਸੀ। ਸੋ ਇਹ ਸਾਰਾ ਸਟੋਰੀ ਸੀਗੀ ਇੱਕ, ਇਹਨੂੰ ਬੜੀ ਚੰਗੇ ਤਰੀਕੇ ਨਾਲ ਲਿਖੋ ਔਰ ਕੋਸ਼ਿਸ਼ ਕਰੋ ਇਹਨੂੰ, ਜੇ ਅਗਰ ਤੁਸੀਂ ਨਵੇਂ ਤਰੀਕੇ ਨਾਲ ਥੋੜ੍ਹਾ ਇਹਨੂੰ ਚੇਂਜ ਕਰਕੇ ਲਿਖ ਸਕੋ। ਠੀਕ ਹੈ, ਇਹਨੂੰ ਬਲੈਂਕਸਾਂ ਨੂੰ ਕਰੋ ਫਿਲ। ਇਹ ਹੋ ਗਈ ਐਕਟੀਵਿਟੀ ਨੰਬਰ 7 ਸੋਲਵ। ਓਕੇ, ਨੈਕਸਟ ਵਨ ਹੁਣ ਆਪਾਂ ਦੇਖਦੇ ਹਾਂ ਅੱਗੇ ਐਕਟੀਵਿਟੀ ਨੰਬਰ 8। ਠੀਕ, ਐਕਟੀਵਿਟੀ ਨੰਬਰ 8 'ਚ ਕੀ ਕਹਿੰਦੇ ਆ, ਗਿਵਨ ਬਿਲੋ ਆ ਸਮ ਨਿਊਜ਼ਪੇਪਰ ਹੈਡਲਾਈਨਸ, ਇੱਥੇ ਸਾਨੂੰ ਕੁਝ ਨਿਊਜ਼ਪੇਪਰ ਹੈਡਲਾਈਨਸ ਦਿੱਤੀਆਂ ਗਈਆਂ ਨੇ। ਚੇਂਜ ਦੈਮ ਇਨਟੂ ਸਿੰਪਲ ਪਾਸਟ ਟੈਂਸ, ਇਹਨਾਂ ਨੂੰ ਅਸੀਂ ਸਿੰਪਲ ਪਾਸਟ ਟੈਂਸ ਦੇ ਵਿੱਚ ਚੇਂਜ ਕਰਨਾ ਹੈ ਬੇਟਾ। ਠੀਕ ਹੈ, ਲਓ ਜੀ, ਫਿਰ ਹੁਣ ਆਪਾਂ ਪਹਿਲਾਂ ਇਹਨਾਂ ਨੂੰ ਪੜ੍ਹਦੇ ਹਾਂ ਅਤੇ ਫਿਰ ਨਾਲ ਦੀ ਨਾਲ ਦੇਖਦੇ ਹਾਂ ਕੀ ਚੇਂਜ ਕਰਾਂਗੇ। ਆ ਸਟਰੋਂਗ ਅਰਥਕੁਇਕ ਜੋਲਟ ਉੱਤਰਾਖੰਡ, ਹੁਣ ਇਹਦੇ 'ਚ ਵਰਬ ਦੀ ਫਾਰਮ ਪਹਿਲਾਂ ਤਾਂ ਆਪਾਂ ਬਿਨਾਂ ਕੁਛ ਵੀ ਨਹੀਂ ਪਤਾ ਤਦ ਵੀ ਅਸੀਂ ਵਰਬ ਦੀ ਫਾਰਮ ਲੱਭਣੀ ਹੈ ਅਤੇ ਉਹਨੂੰ ਚੇਂਜ ਕਰਨਾ। ਇਹ ਵਰਬ ਦੀ ਫਾਰਮ ਆ, ਅਸੀਂ ਸਿਰਫ ਇਹਨੂੰ ਚੇਂਜ ਕਰਾਂਗੇ, ਬਾਕੀ ਸਾਰਾ ਉੱਦਾਂ ਹੀ ਰਹਿ ਜਾਊਗਾ। ਠੀਕ ਆ, ਜੋਲਟ ਦੀ ਕੀ ਹੋਈ, ਜੋਲਟਡ, ਸੋ ES ਕੱਟ ਦਾਂਗੇ, ED ਲਾ ਦਾਂਗੇ, ਹੈ ਨਾ। ਨੈਕਸਟ ਆ ਗਿਆ ਅਮਿਤਾਭ ਬੱਚਨ ਵਿਨਸ ਦਾ ਬੈਸਟ ਐਕਟਰ ਫਿਲਮ ਫੇਅਰ ਅਵਾਰਡ, ਅਮਿਤਾਭ ਬੱਚਨ ਨੇ ਬੈਸਟ ਐਕਟਰ ਦਾ ਅਵਾਰਡ ਜਿੱਤਿਆ ਫਿਲਮ ਫੇਅਰ। ਹੁਣ ਇਹਦੇ 'ਚ ਵਰਬ ਦੀ ਫਾਰਮ ਲੱਭੋ, ਕਿੱਥੇ ਆ, ਇਹ ਰਹੀ ਵਿਨ, ਅਸੀਂ ਇਹਨੂੰ ਚੇਂਜ ਕਰਾਂਗੇ ਅਤੇ ਬਾਕੀ ਸਾਰਾ ਆਪ ਹੀ ਪਾਸਟ ਦੇ ਵਿੱਚ ਚੇਂਜ ਹੋ ਜੂ। ਵਿਨ ਦੀ ਸੈਕੰਡ ਫਾਰਮ ਕੀ ਹੁੰਦੀ ਆ, ਵੋਨ, WON। ਠੀਕ ਆ, ਥਰਡ ਆ ਇੰਡੀਆ ਆਊਟ ਪਲੇ ਵੈਸਟ ਇੰਡੀਜ਼ ਇਨ ਕ੍ਰਿਕਟ, ਹੁਣ ਇਹਦੇ ਵਿੱਚ ਵੀ ਇੰਡੀਆ ਨੇ ਮਤਲਬ ਉਹਨੂੰ ਗੇਮ ਦੇ ਵਿੱਚ ਵੈਸਟ ਇੰਡੀਜ਼ ਨੂੰ ਕ੍ਰਿਕਟ ਦੀ 'ਚ ਹਰਾ ਦਿੱਤਾ, ਬਹੁਤ ਵਧੀਆ ਖੇਡੇ ਜਾਂ ਉਹਨਾਂ ਖਿਲਾਫ, ਹੈ ਨਾ। ਸੋ ਇਹ 'ਚ ਵਰਬ ਦੀ ਫਾਰਮ ਕਿਹੜੀ ਆ, ਆਊਟ ਪਲੇ, ਆਊਟ ਪਲੇ ਦੀ ਅਸੀਂ ਫਾਰਮ ਚੇਂਜ ਕਰਾਂਗੇ ਤਾਂ ਕੀ ਹੋ ਗਿਆ, ਆਊਟ ਪਲੇਡ ਆ ਜੂ। ਠੀਕ, ਨੈਕਸਟ ਆ ਗਿਆ ਸਲਮਾਨ ਅਲੀ ਵਿਨਸ ਦਾ ਇੰਡੀਅਨ ਆਈਡਲ, ਸਲਮਾਨ ਅਲੀ ਨੇ ਇੰਡੀਅਨ ਆਈਡਲ ਜਿੱਤ ਲਿਆ। ਵਿਨਸ ਅਸੀਂ ਉੱਪਰ ਵੀ ਕਰਕੇ ਹਟੇ ਹਾਂ, ਸੋ ਵੋਨ ਆ ਜੂ ਇਹਦਾ ਵੀ। ਬਚੇਂਦਰੀ ਪਾਲ ਬਿਕਮ ਦਾ ਫਸਟ ਇੰਡੀਅਨ ਵੂਮਨ ਟੂ ਸਕੇਲ ਮਾਊਂਟ ਐਵਰੈਸਟ, ਬਚਿੰਦਰੀ ਪਾਲ ਕੌਣ ਸੀ, ਇੰਡੀਆ ਦੀ ਪਹਿਲੀ ਔਰਤ ਸੀ ਜਿਹਨੇ ਮਾਊਂਟ ਐਵਰੈਸਟ 'ਤੇ ਚੜ੍ਹਾਈ ਕੀਤੀ ਜਾਂ ਮਾਊਂਟ ਐਵਰੈਸਟ ਨੂੰ ਸਰ ਕੀਤਾ। ਸੋ ਹੁਣ ਇਹਦੇ 'ਚ ਅਸੀਂ ਵਰਬ ਦੀ ਫਾਰਮ ਦੇਖਣੀ ਹੈ, ਕਿਹੜੀ ਆ, ਬਿਕੇਮਸ ਆ, ਹੈ ਨਾ। ਸੋ ਹੁਣ ਇਹਨੂੰ ਅਸੀਂ ਚੇਂਜ ਕਰਾਂਗੇ, ਅਸੀਂ ਪਿੱਛੇ ਕਰਕੇ ਹਟਿਆ, ਉਹ ਨੂੰ ਕਾਹਦੇ 'ਚ ਬਦਲ ਦਾਂਗੇ, ਏ ਦੇ ਵਿੱਚ ਬਦਲ ਦਾਂਗੇ। ਅਤੇ ਇਸ ਤਰੀਕੇ ਨਾਲ ਬਸ ਇਹ ਸਿਰਫ ਜਿਨ੍ਹਾਂ 'ਤੇ ਮੈਂ ਗੋਲੇ ਲਾਏ ਨੇ ਨਾ ਬੇਟਾ, ਇਹ ਵਰਬ ਦੀ ਫਾਰਮਸ ਨੇ, ਇਹਨਾਂ ਨੂੰ ਚੇਂਜ ਕਰਕੇ ਫਸਟ ਫਾਰਮ ਹੈ ਇਹਦੀ ਅਸੀਂ ਸੈਕੰਡ ਫਾਰਮ ਬਣਾ ਦੇਣੀ ਆ ਕਿ ਇਹਨੇ ਸਿੰਪਲ ਪਾਸਟ ਸੀ, ਇਹ ਪ੍ਰੈਜੈਂਟ ਸੀ, ਇਹ ਸਿੰਪਲ ਪਾਸਟ ਦੇ ਵਿੱਚ ਚੇਂਜ ਹੋ ਜਾਊਗਾ। ਦੇਖੋ ਹੁਣ ਫਿਰ ਆਨਸਰਸ ਇਹਦੇ, ਇਹ ਦੇਖੋ ਇਹ ਆ ਗਈ ਐਕਟੀਵਿਟੀ 8 ਦੇ ਪਹਿਲੇ 'ਚ ਅਸੀਂ ਲਿਖਿਆ ਹੈ ਸਟਰੋਂਗ ਅਰਥਕੁਇਕ ਜੋਲਟਡ, ਉੱਤਰਾਖੰਡ ਇੱਕ ਬਹੁਤ ਹੀ ਤਾਕਤਵਰ ਭੁਚਾਲ ਨੇ ਉੱਤਰਾਖੰਡ ਨੂੰ ਹਿਲਾ ਕੇ ਰੱਖ ਦਿੱਤਾ, ਜੋਲਟਡ। ਅਮਿਤਾਭ ਬੱਚਨ ਵੌਨ ਦਾ ਬੈਸਟ ਐਕਟਰ ਫਿਲਮ ਫੇਅਰ ਅਵਾਰਡ, ਕੀ ਬਦਲਿਆ, ਮੈਂ ਬਿਨਸ ਦੀ ਜਗ੍ਹਾ 'ਤੇ ਵੌਨ ਲਾਇਆ ਅਤੇ ਬਾਕੀ ਸਾਰਾ ਸੇਮ ਸੈਂਟੈਂਸ ਹੈ। ਇੰਡੀਆ ਆਊਟ ਪਲੇਡ ਵੈਸਟ ਇੰਡੀਜ਼ ਇਨ ਕ੍ਰਿਕਟ, ਸਲਮਾਨ ਅਲੀ ਵੌਨ ਦਾ ਇੰਡੀਅਨ ਆਈਡਲ। ਓਕੇ ਜੀ, ਨੈਕਸਟ ਆ ਗਿਆ ਬਚੇਂਦਰੀ ਪਾਲ ਬਿਕੇਮ ਦਾ ਫਸਟ ਵੂਮਨ ਟੂ ਸਕੇਲ ਮਾਊਂਟ ਐਵਰੈਸਟ। ਹੁਣ ਤੁਸੀਂ ਇਸ ਨੂੰ ਧਿਆਨ ਨਾਲ ਦੇਖੋ, ਜਦੋਂ ਅਸੀਂ ਕਿਸੇ ਇੱਕ ਟੈਂਸ ਤੋਂ ਕਿਸੇ ਦੂਜੇ ਟੈਂਸ ਦੇ ਵਿੱਚ ਉਹਨੂੰ ਚੇਂਜ ਕਰਨਾ ਹੁੰਦਾ ਤਾਂ ਫੋਕਸ ਸਿਰਫ ਵਰਬ ਦੀ ਫਾਰਮ 'ਤੇ ਹੁੰਦਾ। ਵਰਬ ਦੀ ਫਾਰਮ ਚੇਂਜ ਕਰਾਂਗੇ, ਸਾਨੂੰ ਪਤਾ ਹੋਣਾ ਚਾਹੀਦਾ ਉਹਦੇ ਵਿੱਚ ਕੀ ਲੱਗਦਾ ਗਾ, ਅਤੇ ਬਾਕੀ ਸਾਰਾ ਸੈਂਟੈਂਸ ਉਹੀ ਰਹਿਣਾ ਹੁੰਦਾ। ਹੁਣ ਅਸੀਂ ਸਿੰਪਲ ਪਾਸਟ ਦੇ ਵਿੱਚ ਇਹਨੂੰ ਚੇਂਜ ਕੀਤਾ ਸੀ, ਅਸੀਂ ਵਰਬ ਦੀ ਸੈਕੰਡ ਫਾਰਮ ਲਾਈ ਔਰ ਐਕਟੀਵਿਟੀ ਸਾਡੀ ਸੋਲਵ ਹੋ ਗਈ। ਹੁਣ ਤੁਸੀਂ ਇਸੇ ਐਕਟੀਵਿਟੀ ਨੂੰ ਅਗਰ ਕੰਟੀਨਿਊਸ ਦੇ ਵਿੱਚ ਚੇਂਜ ਕਰਨਾ ਹੋਵੇ, ਕਿਉਂਕਿ ਤੁਹਾਨੂੰ ਦੋ ਟੈਂਸ ਨੇ, ਹੈ ਨਾ। ਇੱਥੇ ਕੰਟੀਨਿਊ 'ਚ ਮੈਂ ਤੁਹਾਨੂੰ ਦੱਸਿਆ ਅਸੀਂ ਵਾਜ਼ ਵਰ ਲਾਵਾਂਗੇ ਅਤੇ ਵਰਬ ਦੀ ਪਹਿਲੀ ਫਾਰਮ ਨਾਲ ਕੀ ਲਾਵਾਂਗੇ, ਇੰਗ ਲਗਾਵਾਂਗੇ। ਹੁਣ ਅਗਰ ਸਬਜੈਕਟ ਆ ਜਿਹੜਾ ਸਿੰਗੂਲਰ ਆ ਉਹਦੇ ਨਾਲ ਅਸੀਂ ਵਾਜ਼ ਲਗਾ ਕੇ ਵਰਬ ਦੀ ਫਾਰਮ ਨਾਲ ਇੰਗ ਲਾ ਦਾਂਗੇ। ਅਗਰ ਜਿਹੜਾ ਸਬਜੈਕਟ ਆ ਸਾਡਾ, ਠੀਕ, ਉਹ ਪਲੂਰਲ ਆ, ਫਿਰ ਅਸੀਂ ਵਰ ਲਾ ਲਾਂਗੇ ਅਤੇ ਵਰਬ ਦੀ ਪਹਿਲੀ ਫਾਰਮ ਨਾਲ ਇੰਗ ਲਗਾ ਦਾਂਗੇ।
ਬਸ ਇੰਨਾ ਹੀ ਕੰਮ ਆ। ਬਾਕੀ ਉਹ ਪ੍ਰੈਜ਼ੈਂਟ ਕੰਟੀਨਿਊ ਤੋਂ ਪਾਸਟ ਕੰਟੀਨਿਊ ਦੇ ਵਿੱਚ ਚੇਂਜ ਹੋ ਜੂ। ਅਗਰ ਹੁਣ ਜੇ ਇਹਨੂੰ ਹੀ ਆਪਾਂ ਚੇਂਜ ਕਰਨਾ ਹੋਵੇ, ਪਾਸਟ ਇੰਡੈਫੀਨਿਟ ਆ, ਇਹਨੂੰ ਆਪਾਂ ਕੰਟੀਨਿਊ 'ਚ ਚੇਂਜ ਕਰਨਾ, ਤਦ ਵੀ ਅਸੀਂ ਇਕੱਲੀ ਇਹੀ ਵਰਬ ਦੀ ਫਾਰਮ ਚੇਂਜ ਕਰਾਂਗੇ। ਅਰਥਕੁਇਕ ਦੀ ਗੱਲ ਹੋ ਰਹੀ ਹੈ, ਸੋ ਵਾਜ਼ ਆ ਜਾਊਗਾ। ਯੋਲਟ ਦਾ ਕੀ ਹੋਈ, ਯੋਲਟਿੰਗ ਹੋ ਜਾਊਗਾ। ਇੱਥੇ ਅਮਿਤਾਭ ਬੱਚਨ ਵੀ ਸਿੰਗੂਲਰ ਹੈ, ਇੱਥੇ ਵੀ ਵਾਜ਼ ਆ ਜੂ। ਵਿਨਸ ਦਾ ਵਿਨਿੰਗ ਹੋ ਜੂ, ਹੈ ਨਾ। ਇੰਡੀਆ ਵੀ ਸਿੰਗੂਲਰ ਆ, ਵਾਜ਼ ਆਊਗਾ। ਸਲਮਾਨ ਅਲੀ ਵੀ ਸਿੰਗੂਲਰ ਆ, ਵਾਜ਼ ਆਊਗਾ। ਬਚਿੰਦਰੀ ਪਾਲ ਵੀ ਸਿੰਗੂਲਰ ਆ, ਵਾਜ਼ ਆਊਗਾ। ਸੋ ਵਰਬ ਦੀ ਪਹਿਲੀ ਫਾਰਮ ਜਿਹੜੀ ਸਾਡੇ ਕੇ ਪਿੱਛੇ ਲੱਗੀ ਹੋਈ ਸੀ, ਇਹ ਵਰਬ ਦੀ ਪਹਿਲੀ ਫਾਰਮ ਸੀ। ਇੱਥੇ ਅਸੀਂ ਐਸ ਹਟਾਵਾਂਗੇ, ਨਾਲ ਇੰਗ ਲਗਾ ਦਾਂਗੇ ਉਹਦੇ। ਸੋ ਪਾਸਟ ਕੰਟੀਨਿਊਸ ਬਣ ਜੂਗਾ। ਬਹੁਤ ਈਜ਼ੀ ਆ ਅਗਰ ਤੁਹਾਨੂੰ ਸਮਝ ਆ ਗਿਆ, ਠੀਕ। ਫਿਰ ਕਿਸੇ ਵੀ ਟੈਂਸ ਨੂੰ ਕਿਸੇ ਵੀ ਟੈਂਸ ਦੇ ਵਿੱਚ ਚੇਂਜ ਕਰਨਾ ਕੋਈ ਡਿਫੀਕਲਟ ਕੰਮ ਨਹੀਂ ਹੈ। ਆਈ ਹੋਪ ਕਿ ਤੁਹਾਨੂੰ ਇਹ ਸਮਝ ਲੱਗ ਗਿਆ ਇੱਥੇ। ਇਸ ਤੋਂ ਇਲਾਵਾ ਬੇਟਾ ਮੈਂ 8th ਕਲਾਸ ਦੀ ਟੈਂਸਸ ਦੀ ਵੀਡੀਓ ਪਾਈ ਆ, ਜਿਸ 'ਚ ਸਾਰਾ ਪਾਸਟ ਟੈਂਸ ਸਮਝਾਇਆ, ਫਿਊਚਰ ਦੀ ਅਲੱਗ ਤੋਂ ਪਾਈ ਹੋਈ ਆ। ਅਗਰ ਤੁਸੀਂ ਇਹਨੂੰ ਹੋਰ ਡਿਟੇਲ 'ਚ ਚਾਰਾਂ ਬਾਰੇ ਜਾਣਨਾ ਚਾਹੁੰਦੇ ਹੋ, ਹੈ ਨਾ, ਤਾਂ ਉਹ ਵੀਡੀਓ ਜ਼ਰੂਰ ਦੇਖੋ। ਆਈ ਹੋਪ ਕਿ ਉਸ ਤੋਂ ਤੁਹਾਨੂੰ ਇਸ ਨਾਲੋਂ ਜ਼ਿਆਦਾ ਕੁਝ ਹੋਰ ਸਿੱਖਣ ਨੂੰ ਮਿਲੂਗਾ, ਠੀਕ। ਇਫ ਯੂ ਲਾਈਕ the video, subscribe the channel, like and share with your friends. Keep watching. Bye bye.